ਮੈਰਿਜ ਬੇਸਡ ਗ੍ਰੀਨ ਕਾਰਡ ਆ ਉਸ ਨੂੰ ਜਿਹੜਾ ਉਹ ਲੈ ਕੇ ਸੋ ਉਹਦਾ ਵੀ ਜਿਹੜਾ ਉਹ ਦੱਸਿਓ ਜੀ, ਸ਼ੁਰੂਆਤ ਕਰਿਓ, ਦੱਸਿਓ ਕੀ ਚੀਜ਼ ਹੈਗੀ ਹੈ। ਵਿਆਹ ਦੇ ਥਰੂ ਤੁਹਾਨੂੰ ਗ੍ਰੀਨ ਕਾਰਡ ਮਿਲਦਾ ਓਬਵੀਅਸਲੀ ਜਦੋਂ ਤੁਸੀਂ ਗ੍ਰੀਨ ਕਾਰਡ ਹੋਲਡਰ ਨਾਲ ਜਾਂ US ਸਿਟੀਜ਼ਨ ਨਾਲ ਵਿਆਹ ਕਰਾਉਂਦੇ ਆ। ਸੋ ਉਹਦੇ ਵਿੱਚ ਕਈ ਕੰਪਲਿਕੇਸ਼ਨ ਆ ਜਾਂਦੀਆਂ, ਕੋਈ ਕੱਚਾ ਆਇਆ, ਕੋਈ ਪੱਕਾ ਆਇਆ, ਕਿਸੇ ਨੇ US ਦੇ ਵਿੱਚ ਰਹਿ ਕੇ ਗ੍ਰੀਨ ਕਾਰਡ ਲੈਣਾ, ਕਿਸੇ ਨੇ US ਤੋਂ ਬਾਹਰ ਜਾਣਾ। ਸੋ ਉਸ ਚੀਜ਼ ਬਾਰੇ ਇਹ ਜਿਹੜੀ ਡਿਸਕਸ਼ਨ ਆਪਣੀ ਚੱਲੂਗੀ। ਤੇ ਮੈਰਿਜ ਬੇਸ ਗ੍ਰੀਨ ਕਾਰਡ ਜਿਹੜਾ ਸਿਟੀਜ਼ਨ ਵਾਲਾ ਹੁੰਦਾ ਉਹਦੇ ਤੇ ਜਿਹੜੇ ਵੀਜ਼ਾ ਨੰਬਰ ਆ ਹਮੇਸ਼ਾ ਅਵੇਲੇਬਲ ਰਹਿੰਦੇ ਆ, ਤੇ ਜਿਹੜਾ ਗ੍ਰੀਨ ਕਾਰਡ ਵਾਲਾ ਹੁੰਦਾ ਉਹ F2A ਕੈਟਾਗਰੀ ਦੇ ਵਿੱਚ ਜਿਹੜਾ ਉਹ ਆ ਜਾਂਦਾ। ਤੇ F2A ਕੈਟਾਗਰੀ ਦੇ ਕੁਛ ਇੱਕ ਰੂਲਸ ਜਿਹੜੇ ਹੈਗੇ ਆ ਮੋਟੇ ਲੈਵਲ ਤੇ, ਜੇ ਸ਼ੁਰੂਆਤ ਕਰਦੇ ਜਾਈਏ ਪ੍ਰੋਗਰਾਮ ਦੀ, ਫਰਕ ਇਹ ਰਾਜਕਰਨ ਜੀ ਆਪਾਂ ਨੂੰ ਨਾ ਕਈ ਵਾਰੀ ਹੁਣ ਕਲਾਇੰਟ ਆਉਂਦੇ ਆ ਕਿ ਮੇਰਾ ਤਾਂ ਡਿਨਾਈ ਕਰਤਾ ਉਹਨਾਂ ਨੇ ਜੀ। ਸੋ ਏਜੰਟ ਫਾਰਮ ਭਰ ਦਿੰਦੇ ਆ। ਜਦੋਂ ਬੰਦਾ ਕੱਚਾ ਹੁੰਦਾ ਨਾ, ਆਊਟ ਆਫ ਸਟੇਟਸ ਹੋ ਜਾਂਦਾ, ਭਾਵੇਂ ਉਹਨੇ ਲੀਗਲ ਵੀ ਐਂਟਰੀ ਕੀਤੀ ਹੈ, ਭਾਵੇਂ ਉਹ ਕੋ I-94 ਵੀ ਹੈਗਾ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਪੱਕਾ ਨਹੀਂ ਉਹਨੂੰ ਕਰਾ ਸਕਦਾ। 485 ਤੁਹਾਡਾ ਫਾਈਲ ਨਹੀਂ ਹੋ ਸਕਦਾ। ਸੋ ਪੈਸੇ ਪੂਸੇ ਬਣਾਉਣ ਲਈ ਕਈ ਵਾਰੀ ਧੱਕੇ ਨਾਲ ਫਾਈਲ ਕਰ ਦਿੰਦੇ ਕਿ ਚੱਲ ਵਰਕ ਪਰਮਿਟ ਆ ਗਿਆ, ਟਰੈਵਲ ਡਾਕੂਮੈਂਟ ਆ ਗਿਆ। ਸੋ ਜਿਹੜਾ ਸਿਟੀਜ਼ਨ ਆ ਉਹ ਆਊਟ ਆਫ ਸਟੇਟਸ ਬੰਦੇ ਨੂੰ ਪੱਕਾ ਕਰਾ ਸਕਦਾ ਅਮਰੀਕਾ ਦੇ ਵਿੱਚ ਜੇ ਉਹ ਲੀਗਲ ਆਇਆ ਹੋਵੇ। ਸੋ ਦੋਨਾਂ ਦੇ ਕੇਸ ਦੇ ਵਿੱਚ ਤੁਹਾਡੀ ਲੀਗਲ ਐਂਟਰੀ ਹੋਣੀ ਜ਼ਰੂਰੀ ਹੈ। ਜਿਹੜਾ ਬਾਰਡਰ ਟੱਪਿਆ, ਕੰਧ ਟੱਪਿਆ, ਉਹ ਨਹੀਂ ਉਰੇ ਪੱਕਾ ਹੋ ਸਕਦਾ ਵਿਆਹ ਦੇ ਥਰੂ, ਭਾਵੇਂ ਸਿਟੀਜ਼ਨ ਨਾ ਕਰਾਵੇ, ਭਾਵੇਂ ਗ੍ਰੀਨ ਕਾਰਡ ਹੋਲਡਰ ਨਾ ਕਰਾਵੇ। ਇਸ ਤੋਂ ਬਾਅਦ ਅੱਗੇ ਫਰਕ ਇਹ ਹੁੰਦਾ ਕਿ ਇੱਕ ਬੰਦਾ ਮੰਨ ਲਓ ਪੱਕਾ ਆ, ਉਹਨੂੰ I-94 ਮਿਲਿਆ ਤੇ ਇੰਸਪੈਕਟਡ ਐਂਡ ਐਡਮਿਟਡ ਉਹਨੂੰ ਕਹਿੰਦੇ ਕਿ ਜਿਹਦੀ ਇੰਸਪੈਕਸ਼ਨ ਹੋਈ ਹੈ, ਹਨਾ, ਕਈਆਂ ਨੂੰ ਬਾਰਡਰ ਤੇ ਮਿਲ ਜਾਂਦਾ। ਸੋ ਜਿਹੜਾ ਵਿਆਹ ਜਿਹੜਾ ਪੱਕਾ ਆਇਆ ਸੀਗਾ ਪਰ ਹੁਣ ਮੰਨ ਲਓ ਆ ਕੇ ਅਮਰੀਕਾ 'ਚ ਕੱਚਾ ਹੋ ਗਿਆ, ਟੂਰਿਸਟ ਵੀਜ਼ਾ ਓਵਰਸਟੇ ਕਰ ਗਿਆ, ਸਟੂਡੈਂਟ ਵੀਜ਼ਾ ਓਵਰਸਟੇ ਕਰ ਗਿਆ, ਜਾਂ ਆਇਆ ਹੀ ਕੱਚਾ ਸੀਗਾ, I-94 ਐਕਸਪਾਇਰ ਹੋ ਗਿਆ, ਉਹ ਬੰਦੇ ਨੂੰ ਜਿਹੜਾ ਹੈਗਾ US ਸਿਟੀਜ਼ਨ ਪੱਕਾ ਕਰਾ ਸਕਦਾ ਅਮਰੀਕਾ ਦੇ ਵਿੱਚ। ਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਪੱਕਾ ਨਹੀਂ ਕਰਾ ਸਕਦਾ। 485 ਨਹੀਂ ਫਾਈਲ ਹੋ ਸਕਦਾ। I-130 ਵਗੈਰਾ ਵਿਆਹ ਵਾਲੀਆਂ ਪਟੀਸ਼ਨ ਜਿਹੜੀਆਂ ਉਹ ਫਾਈਲ ਹੋ ਜਾਂਦੀਆਂ। ਸੋ ਉਹ ਜਿਹੜਾ ਇੱਕ ਡਿਫਰੈਂਸ ਆ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਦੇ ਵਿੱਚ, ਜਿਹੜਾ ਨਹੀਂ ਪਤਾ ਲੋਕਾਂ ਨੂੰ, ਹਨਾ, ਜਾਂ ਜਿਹਦੇ ਉੱਤੇ ਕਾਫੀ ਪੇਪਰ ਪੂਪਰ ਫਾਈਲ ਕਰਕੇ ਤੇ ਫਿਰ ਉਹ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਜਦੋਂ ਡਿਨਾਇਲ ਆਉਂਦਾ। ਠੀਕ ਹੈ। ਸੋ ਗ੍ਰੀਨ ਕਾਰਡ ਜਿਹੜਾ ਮੈਰਿਜ ਦੇ ਥਰੂ ਆ, ਇਹ ਇਹਦੇ ਥਰੂ ਜਿਹੜਾ ਮਿਲਦੇ ਆ, ਇਹ ਗ੍ਰੀਨ ਕਾਰਡ ਮਿਲਦਾ ਇਮੀਡੀਏਟ ਰਿਲੇਟਿਵ F2A ਦੇ ਥਰੂ, ਜਿੱਦਾਂ ਤੁਸੀਂ ਦੱਸ ਰਹੇ ਹੈਗੇ ਆ। ਤੁਸੀਂ ਵਿੱਚ ਜ਼ਿਕਰ ਕੀਤਾ ਸੀਗਾ ਵੀ ਕਿੱਥੇ ਮੌਜੂਦ ਆ, ਕੋਈ US ਦੇ ਵਿੱਚ ਆ ਜਾਂ ਆਊਟ ਆਫ US ਆ, ਓਵਰਸੀਜ਼ ਆ, ਉਹ ਫਿਰ ਕਿੱਦਾਂ, ਉਹ ਡਿਫਰੈਂਸ ਦਾ ਕਿੱਦਾਂ ਪ੍ਰੋਸੈਸ ਦਾ ਹੈ ਜੀ। ਸੋ ਇਮੀਡੀਏਟ ਰਿਲੇਟਿਵ ਹੁੰਦਾ ਜਿਹੜੇ US ਸਿਟੀਜ਼ਨ ਦੇ ਸਪਾਊਸ ਆ, ਉਹ ਇਮੀਡੀਏਟ ਰਿਲੇਟਿਵ ਕੈਟਾਗਰੀ 'ਚ ਆ ਜਾਂਦੇ ਆ। ਸੋ ਇਹਦੇ ਅਨਲਿਮਿਟਿਡ ਜਿਹੜੇ ਵੀਜ਼ੇ ਨੰਬਰ ਹੈਗੇ ਆ, ਇਹਦੇ ਵਿੱਚ ਕਦੀ ਬੈਕਲੌਗ ਨਹੀਂ ਜਿਹੜਾ ਆਉਂਦਾ, ਬਸ ਪ੍ਰੋਸੈਸਿੰਗ ਟਾਈਮ ਦਾ ਡਿਲੇ ਜਿਹੜਾ ਹੁੰਦਾ। ਠੀਕ ਹੈ, ਓਕੇ, ਠੀਕ ਹੈ। ਜਿਹੜਾ ਕਈ ਵਾਰੀ ਦੇਖਿਆ ਆਪਾਂ ਕਰੋਨਾ ਦੇ ਕਰਕੇ ਵੱਧ ਵੀ ਗਿਆ, ਇੱਕ ਸਿਟੀਜ਼ਨ ਵਾਲਿਆਂ ਨੂੰ ਵੀ ਵੱਧ ਦੇਰ ਲੱਗ ਗਈ। ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਆ ਉਹ F2A ਕੈਟਾਗਰੀ ਵਿੱਚ ਆਉਂਦਾ, ਉਹ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ। ਠੀਕ ਹੈ। ਸੋ ਜਿਹੜਾ ਵੀਜ਼ਾ ਬੁਲੇਟਿਨ ਆ ਉਹ ਐਤਕੀ ਜਿਹੜਾ ਡਿਲੇ ਚੱਲਦਾ ਪਿਆ ਥੋੜਾ ਜਿਹਾ। ਸੋ ਉਹ ਜਿਹੜੇ ਪਹਿਲਾਂ ਤੋਂ ਹੀ ਹਿਸਟੋਰੀਕਲੀ ਗੱਲ ਕਰੋ, ਜੇ 15 ਸਾਲ ਪਹਿਲਾਂ ਦੀ ਗੱਲ ਕਰੋ, ਕਈ ਵਾਰੀ ਤੁਸੀਂ ਸੁਣਨ ਨੂੰ ਮਿਲਦਾ ਹੈ ਕਿ ਗ੍ਰੀਨ ਕਾਰਡ ਵਾਲੇ ਨਾਲ ਵਿਆਹ ਕਰਾਇਆ, 3-3 4-4 ਸਾਲ ਵੇਟ ਕਰਨੀ ਜਿਹੜੀ ਪੈ ਜਾਂਦੀ ਆ। ਸੋ ਜਿਹੜਾ ਸਾਰਾ ਸਿਸਟਮ ਆ ਗ੍ਰੀਨ ਕਾਰਡ ਹੋਲਡਰ ਵਾਲੇ ਦਾ F2A ਦਾ, ਉਹ ਡਿਪੈਂਡ ਕਰਦਾ ਕਿ ਜਿਹੜੀ ਤੁਹਾਡੀ ਡੇਟ ਆ, ਚਾਰਟ ਕਿੰਨੀ ਤੇਜ਼ੀ ਨਾਲ ਅੱਗੇ ਜਿਹੜੀ ਵੱਧਦੀ ਆ। ਠੀਕ ਹੈ। ਤੇ ਪਹਿਲਾਂ ਇਹ ਪਿਛਲੇ 5 ਸਾਲ ਇਹ ਕਰੰਟ ਹੀ ਰਹੀ ਆ, ਕੋਈ ਡਿਲੇ ਨਹੀਂ ਸੀਗਾ। ਹੁਣ ਇਹਦੇ ਵਿੱਚ ਥੋੜਾ ਜਿਹਾ ਡਿਲੇ ਜਿਹੜਾ ਵੇਖਣ ਨੂੰ ਮਿਲ ਰਿਹਾ, ਤੇ ਡਿਲੇ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਤੇ ਦੋ ਤਰੀਕੇ ਹੁੰਦੇ ਆ ਜੀ, ਐਡਜਸਟਮੈਂਟ ਆਫ ਸਟੇਟਸ, ਜਦੋਂ ਤੁਸੀਂ US 'ਚ ਹੁੰਦੇ ਆ, ਤੁਸੀਂ ਆਲਰੇਡੀ ਸਟੇਟਸ ਤੇ ਹੁੰਦੇ ਆ ਜਾਂ ਲੀਗਲ ਆਏ ਹੁੰਦੇ ਆ, ਜਿੱਦਾਂ ਆਪਾਂ ਗੱਲ ਕੀਤੀ ਸਿਟੀਜ਼ਨ ਦੇ ਰੂਲ ਹੋਰ ਆ, ਗ੍ਰੀਨ ਕਾਰਡ ਦੇ ਹੋਰ ਆ। ਜਦੋਂ ਤੁਸੀਂ ਅਮਰੀਕਾ 'ਚ ਪੱਕੇ ਹੁੰਦੇ ਆ, ਉਹਨੂੰ ਕਹਿੰਦੇ ਆ ਐਡਜਸਟਮੈਂਟ ਆਫ ਸਟੇਟਸ, 485 ਫਾਈਲ ਕਰਕੇ। ਤੁਸੀਂ ਅਮਰੀਕਾ 'ਚ ਨਹੀਂ, ਤੁਸੀਂ ਐਮਬੈਸੀ ਦੇ ਮੋਰੇ ਹੋ, ਇਮੀਗ੍ਰੈਂਟ ਵੀਜ਼ਾ ਲੈ ਕੇ ਆਉਂਦੇ ਆ, ਉਹਨੂੰ ਕਹਿੰਦੇ ਆ ਕੌਂਸਲਰ ਪ੍ਰੋਸੈਸਿੰਗ। ਜਿਹੜਾ US ਕੌਂਸੂਲੇਟ ਹੁੰਦਾ ਉੱਥੋਂ ਜਾ ਕੇ ਤੁਸੀਂ ਵੀਜ਼ਾ ਲੈ ਕੇ ਆਉਂਦੇ ਆ, ਉਹਨੂੰ ਕਹਿੰਦੇ ਆ ਕੌਂਸਲਰ ਪ੍ਰੋਸੈਸਿੰਗ। ਸੋ ਇਹ ਦੋ ਜਿਹੜੇ ਅਲੱਗ-ਅਲੱਗ ਪ੍ਰੋਸੈਸ ਹੈਗੇ ਆ, ਕਿ ਇੱਕ ਅਮਰੀਕਾ ਦੇ ਵਿੱਚ ਐਡਜਸਟ ਕਰਨਾ ਸਟੇਟਸ, ਤੇ ਇੱਕ ਐਮਬੈਸੀ ਤੋਂ ਵੀਜ਼ਾ ਲੈਣਾ ਕੌਂਸਲਰ ਪ੍ਰੋਸੈਸਿੰਗ। ਜੀ। ਸੋ ਬੇਸਿਕਲੀ ਇੱਕ ਓਵਰਸੀਜ਼ ਵਾਲ ਹੋ ਗਏ ਤਾਂ ਇਨ ਪਰਸਨ ਜਿਹੜਾ US ਦੇ ਵਿੱਚ ਆ, ਉਹਦੇ ਹਿਸਾਬ ਦੇ ਨਾਲ ਆ। ਸੋ ਇਹ ਪ੍ਰੋਸੈਸ ਨੂੰ ਜੇ ਤੁਸੀਂ ਡਿਫਰੈਂਸ ਇਹਨਾਂ ਦਾ ਜਿਹੜਾ ਉਹ ਸਮਝਾਓ, ਕੌਂਸਲਰ ਪ੍ਰੋਸੈਸਿੰਗ ਦਾ ਤੇ ਐਡਜਸਟਮੈਂਟ ਆਫ ਸਟੇਟਸ ਦਾ, ਕਿਹੜੇ ਮਾਮਲੇ 'ਚ ਕੀ ਕਰਨਾ ਹੁੰਦਾ ਹੈ? ਤਾਂ ਜਿੱਦਾਂ ਆਪਾਂ ਦੱਸਿਆ ਕਿ ਕਈ ਲੋਕੀ ਐਡਜਸਟਮੈਂਟ ਨਹੀਂ ਕਰ ਸਕਦੇ, ਜਿਹੜੇ 2 ਨੰਬਰ 'ਚ ਆਏ ਹੁੰਦੇ, ਬਾਰਡਰ ਟੱਪੇ ਹੁੰਦੇ ਆ, ਜਾਂ ਜਿਹਨਾਂ ਤੇ ਡੀਪੋਰਟੇਸ਼ਨ ਲੱਗੀ ਹੁੰਦੀ ਆ, ਜਾਂ ਜਿਹੜਾ ਕੋਈ ਵੀਜ਼ਾ ਹੀ ਨਹੀਂ ਹੁੰਦਾ, ਜਿਹੜੇ ਅਮਰੀਕਾ ਦੀ ਧਰਤੀ ਤੇ ਪੈਰ ਨਹੀਂ ਧਰ ਸਕਦੇ ਕਦੀ, ਉਹਨਾਂ ਨੂੰ ਐਮਬੈਸੀ ਦੇ ਮੂਹਰੇ ਕੌਂਸਲਰ ਪ੍ਰੋਸੈਸਿੰਗ ਜਿਹੜੀ ਕਰਨੀ ਪੈਂਦੀ ਹੈ।
ਜਿਹੜੀ ਐਡਜਸਟਮੈਂਟ ਆਫ ਸਟੇਟਸ ਆ ਥੋੜੀ ਜਿਹੀ ਸੌਖੀ ਆ, ਪੇਪਰ ਵਰਕ ਵਗੈਰਾ ਇੱਥੇ ਹੀ ਲਾਇਰ ਜਿਹੜਾ ਹੈਂਡਲ ਕਰ ਲੈਂਦਾ, ਇੱਥੇ USCIS ਮੋਰੇ ਤੁਹਾਡੀ ਇੰਟਰਵਿਊ ਹੁੰਦੀ ਆ, ਲਾਇਰ ਤੁਹਾਡੇ ਨਾਲ ਜਾ ਸਕਦਾ ਜੇ ਲੋੜ ਪਵੇ ਤਾਂ। ਤੇ ਜਿਹੜਾ ਬਾਕੀ ਵਾਲਾ ਪ੍ਰੋਸੈਸ ਆ, ਤੁਸੀਂ ਐਮਬੈਸੀ ਦੇ ਵਿੱਚ ਬੰਬੇ ਜਿੱਦਾਂ ਜਾਂਦੇ ਆ ਇੰਡੀਆ ਦੇ ਕੇਸ ਦੇ ਵਿੱਚ, ਤੇ ਉਹਨੂੰ ਕੌਂਸਲਰ ਪ੍ਰੋਸੈਸਿੰਗ ਆਪਾਂ ਕਹਿੰਦੇ ਆ। ਸੋ ਵੱਡੇ ਲੈਵਲ ਤੇ ਜਿਹੜਾ ਇਹ ਡਿਫਰੈਂਸ ਹੈਗਾ ਕਿ ਲੋਕੇਸ਼ਨ ਦੇ ਹਿਸਾਬ ਨਾਲ ਕਿ ਕਿੱਥੋਂ ਗ੍ਰੀਨ ਕਾਰਡ ਜਾਂ ਇਮੀਗ੍ਰੈਂਟ ਵੀਜ਼ਾ ਲੈਣਾ, ਤੇ ਉਹਦੇ ਹਿਸਾਬ ਨਾਲ ਫਿਰ ਆਪਾਂ ਡਿਸਾਈਡ ਕਰਦੇ ਹਾਂ ਕਿ ਕਾਉਂਸਲਰ ਕਰਨਾ ਕਿ ਐਡਜਸਟਮੈਂਟ ਕਰਨਾ। ਠੀਕ ਹੈ। ਸੋ ਹੁਣ ਜਿੱਦਾਂ ਤੁਸੀਂ ਐਡਜਸਟਮੈਂਟ ਆਫ ਸਟੇਟਸ ਦਾ ਵੀ ਜਿਹੜਾ ਉਹ ਦੱਸਿਆ ਵੀ ਬਹੁਤ ਸਾਰੀ ਲੋਕ ਇਹ ਵੀ ਭੁਲੇਖਾ ਜਿੱਦਾਂ ਰਹਿੰਦਾ ਆ ਜਾਂ ਇਦਾਂ ਇੱਧਰੋਂ ਉੱਧਰੋਂ ਗੱਲਾਂ ਸੁਣੀਆਂ ਵੀ ਅਸੀਂ ਤਾਂ ਅਮਰੀਕਾ 'ਚ ਹੀ ਹਾਂ, ਪਰ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਉਹ ਥੋੜਾ ਡਿਫਰੈਂਸ ਆ ਜਾਂਦਾ ਆ ਵੀ ਤੁਸੀਂ ਅਮਰੀਕਾ 'ਚ ਆਏ ਕਿੱਦਾਂ ਸੀਗੇ। ਸੋ ਉਹ ਉਸ ਚੀਜ਼ ਨੂੰ ਜਿਹੜਾ ਕਲੀਅਰ ਹੋਣਾ ਚਾਹੀਦਾ ਵੀ ਤੁਸੀਂ ਲੀਗਲੀ ਇੱਥੇ ਆਏ ਹੋਣੇ ਚਾਹੀਦੇ ਆ, ਫਿਰ ਉਹਦੇ ਵਿੱਚ ਐਡਜਸਟਮੈਂਟ ਆਫ ਸਟੇਟਸ। ਅਦਰਵਾਈਜ਼ ਜੇ ਤੁਸੀਂ ਚਾਹੇ ਅਮਰੀਕਾ 'ਚ ਵੀ ਆ ਤੇ ਜੇ ਤੁਸੀਂ ਸਹੀ ਢੰਗ ਦੇ ਨਾਲ ਨਹੀਂ ਸੀ ਆਏ ਤਾਂ ਫਿਰ ਵੀ ਤੁਹਾਨੂੰ ਫਿਰ ਬਾਹਰ ਜਾ ਕੇ ਕਰਨਾ ਪੈਂਦਾ ਹੈ ਕੌਂਸਲਰ ਪ੍ਰੋਸੈਸਿੰਗ ਆਊਟ ਆਫ ਕੰਟਰੀ ਕਰਕੇ, ਫਿਰ ਉਹ ਬੰਦੇ ਨੂੰ ਗ੍ਰੀਨ ਕਾਰਡ ਮਿਲ ਸਕਦਾ ਹੁੰਦਾ। ਜੀ ਬਿਲਕੁਲ। ਸੋ ਜਦੋਂ ਤੁਸੀਂ ਅਮਰੀਕਾ 'ਚ ਆ ਗਏ, ਤੁਸੀਂ ਓਵਰਸਟੇ ਹੋ ਗਏ, ਤੇ 6 ਮਹੀਨੇ ਦੀ ਜਿਹੜੀ ਓਵਰਸਟੇ ਆ ਤੁਹਾਨੂੰ 3 ਸਾਲ ਦੀ ਬਾਰ ਤੁਹਾਡੇ ਉੱਤੇ ਲਾ ਦਿੰਦੀ ਹੈ। ਠੀਕ ਹੈ। 1 ਮਹੀਨੇ ਜਾਂ 6 ਮਹੀਨੇ ਤੋਂ ਵੱਧ ਦੀ, ਤੇ 1 ਸਾਲ ਜਾਂ 1 ਸਾਲ ਤੋਂ ਵੱਧ ਦੀ ਜਿਹੜੀ ਸਟੇ ਆ ਤੁਹਾਡੇ ਤੇ 10 ਸਾਲ ਦੀ ਬਾਰ ਲਾ ਦਿੰਦੀ ਹੈ। ਇਹਨੂੰ ਕਹਿੰਦੇ ਆ 310 ਬਾਰ। ਠੀਕ ਹੈ। ਓਕੇ। ਸੋ ਇਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਜੇ ਤੁਸੀਂ ਇੱਥੇ ਐਡਜਸਟ ਨਾ ਕਰ ਪਾਓ, ਲੀਗਲ ਤੁਸੀਂ ਨਾ ਕੱਚੇ ਰਹਿ ਜਾਓ, ਅਨਲੌਫੁਲ ਪ੍ਰੈਜ਼ੈਂਸ ਤੁਹਾਡੀ ਟ੍ਰਿਗਰ ਹੋ ਜਾਵੇ। ਸੋ ਇਹਨੂੰ ਹੁਣ ਸਮਝਣ ਦੀ ਲੋੜ ਆ ਕਿੱਦਾਂ, ਹੈ ਨਾ। ਦੁਬਾਰਾ ਇੱਕ ਵਾਰੀ ਦੱਸ ਦਿੰਦਾ ਤਾਂ ਕਿ ਕਨਫਿਊਜ਼ਨ ਨਾ ਇਹਦੇ ਵਿੱਚ ਰਵੇ। ਬਿਲਕੁਲ। ਤੇ ਬੜੇ ਲੋਕੀ ਇਹਦੇ ਵਿੱਚ ਉਲਝੇ ਫਿਰਦੇ ਆ, ਹੈ ਨਾ। ਸੋ ਕੀ ਆ ਕਿ ਜਿਹੜਾ ਬੰਦਾ ਲੀਗਲ ਆਇਆ, ਪਹਿਲਾਂ ਤਾਂ ਬਾਰਡਰ ਟੱਪ ਕੇ ਆਇਆ, ਉਹ ਸਿਟੀਜ਼ਨ ਨਾਲ ਵਿਆਹ ਕਰਕੇ ਪੱਕਾ ਹੋ ਸਕਦਾ ਉਰੇ, ਜੇ ਉੱਤੇ ਡੀਪੋਰਟੇਸ਼ਨ ਨਾ ਲੱਗੀ ਹੋਵੇ। ਆਹ ਰੂਲ ਆ। ਸੋ ਕਹਿਣ ਦਾ ਮਤਲਬ ਆ ਕਿ ਜਿਹੜਾ ਵੀ ਗ੍ਰੀਨ ਕਾਰਡ ਹੋਲਡਰ ਵੀ ਉਹਨੇ ਦੇਰ ਸਵੇਰ ਸਿਟੀਜ਼ਨ ਤਾਂ ਬਣਨਾ ਹੀ ਆ। ਤੇ ਜਿਹੜਾ ਲੀਗਲ ਆਇਆ ਉਦੋਂ ਤਾਂ ਇੱਥੇ ਹੀ ਹੱਲ ਹੋ ਜਾਂਦਾ। ਜਿਹੜਾ ਹੁਣ ਬੰਦਾ ਬਾਰਡਰ ਟੱਪ ਕੇ ਆਇਆ ਸੀਗਾ ਤੇ ਕੱਚਾ ਰਹਿ ਗਿਆ ਉਰੇ, ਜਿਹਨੇ ਸਾਲਮ ਸੁਲਮ ਕੁਝ ਫਾਈਲ ਨਹੀਂ ਕੀਤਾ, ਉਹਦੀ 180 ਦਿਨ ਜਦੋਂ ਉਹ ਕੱਚਾ ਰਹਿ ਜਾਂਦਾ, ਉੱਤੇ 3 ਸਾਲ ਦਾ ਬਾਰ ਜਿਹੜਾ ਲੱਗ ਜਾਂਦਾ ਜਦੋਂ ਉਹ ਕੰਟਰੀ ਛੱਡਦਾ। ਤੇ ਜੇ ਉਹ 1 ਸਾਲ ਜਾਂ 1 ਸਾਲ ਤੋਂ ਵੱਧ ਕੱਚਾ ਰਹਿ ਜਾਂਦਾ, ਉੱਤੇ 10 ਸਾਲ ਦਾ ਬਾਰ ਜਿਹੜਾ ਉਹ ਲੱਗਦਾ। ਇਹਨੂੰ ਕਹਿੰਦੇ ਆ 310 ਬਾਰ। ਇਹ ਬਾਰ ਨੂੰ ਜਦੋਂ ਤੋੜਨ ਦੇ ਲਈ ਸਾਨੂੰ ਇੱਕ ਕਰਨਾ ਪੈਂਦਾ ਵੇਵਰ, ਉਹਨੂੰ ਕਹਿੰਦੇ ਆ 601A ਵੇਵਰ, ਐਕਸਟ੍ਰੀਮ ਹਾਰਡਸ਼ਿਪ ਵੇਵਰ। ਉਹ ਜਿਹੜੀ ਐਕਸਟ੍ਰੀਮ ਹਾਰਡਸ਼ਿਪ ਆ ਤੁਹਾਡੇ ਪੇਰੈਂਟ ਨੂੰ ਜਾਂ ਤੁਹਾਡੇ ਸਪਾਊਸ ਨੂੰ, ਜਦੋਂ ਤੁਸੀਂ ਸ਼ੋਅ ਕਰਦੇ ਆ ਕਿ ਤੁਹਾਡੇ ਗ੍ਰੀਨ ਕਾਰਡ ਹੋਲਡਰ ਜਾਂ US ਸਿਟੀਜ਼ਨ ਸਪਾਊਸ ਨੂੰ ਜਾਂ ਪੇਰੈਂਟ ਨੂੰ ਐਕਸਟ੍ਰੀਮ ਹਾਰਡਸ਼ਿਪ ਜਿਹੜੀ ਹੋਊਗੀ ਕਿ ਜੇ ਤੁਹਾਨੂੰ ਵਾਪਸ ਨਾ ਆਉਣ ਦਿੱਤਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ, ਤੇ ਫਿਰ ਉਹ ਇਹ ਵੇਵਰ ਦੇ ਦਿੰਦੇ ਆ 601A ਵੇਵਰ। ਸੋ ਇਹਦਾ ਪ੍ਰੋਸੈਸ ਕੀ ਹੁੰਦਾ ਕਿ ਪਹਿਲਾਂ ਤੁਸੀਂ ਵਿਆਹ ਵਾਲਾ ਕੇਸ ਫਾਈਲ ਕਰਦੇ ਹੋ, ਉਹ ਅਪਰੂਵ ਹੋ ਜਾਂਦਾ I-130 ਜਾਂ ਪੇਰੈਂਟਸ ਦੇ ਥਰੂ। ਜਦੋਂ ਉਹ ਅਪਰੂਵ ਹੋ ਜਾਂਦਾ ਤੇ ਫਿਰ ਤੁਸੀਂ ਇੱਕ ਵੇਵਰ ਲੈਣੇ ਆ 601A ਵੇਵਰ। ਉਹ ਤੁਹਾਡੀ ਜਿਹੜੀ 3 ਸਾਲ ਵਾਲੀ 10 ਸਾਲੀ ਬਾਰ ਨੂੰ ਰੋਕ ਦਿੰਦਾ, ਤੇ ਉਸ ਤੋਂ ਬਾਅਦ ਤੁਸੀਂ ਐਮਬੈਸੀ ਜਾ ਕੇ ਜਿਹੜਾ ਵੀਜ਼ਾ ਉਹ ਲੈ ਕੇ ਆ ਸਕਦੇ ਆ। ਤੇ ਇਹ ਬੇਸਿਕਲੀ 601A ਵੇਵਰ ਜਿਹੜਾ ਹੈਗਾ, 601 ਕਰਦੇ ਆ ਲੋਕ, ਇਹ ਜਿਹੜਾ ਤੁਹਾਡੀ 310 ਬਾਰ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਆ ਉਹਨੂੰ ਇਹ ਚੱਕ ਦਿੰਦਾ। ਠੀਕ ਹੈ। ਸੋ ਇਹਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ। ਪਹਿਲਾਂ ਤਾਂ ਇਹਨੂੰ ਇਦਾਂ ਹੈ ਕਿ ਟਾਈਮ ਲੱਗ ਜਾਂਦਾ, ਕਿ ਵਾਰੀ 3-3 4-4 ਸਾਲ ਆਮ ਗੱਲ ਆ 601 ਵੇਵਰ ਦੀ। ਹੁਣ 601 ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਉਹਦੇ ਵਿੱਚ ਗਲਤੀ ਕਰ ਦਿੰਦੇ ਲੋਕੀ ਕਈ ਵਾਰੀ। 601 ਵੇਵਰ ਜਿਹੜੇ ਆ ਦੋ ਤਰ੍ਹਾਂ ਦੇ ਹੈਗੇ ਆ, ਇੱਕ ਹੈਗਾ 601 ਵੇਵਰ, ਇੱਕ ਹੈਗਾ 601A ਵੇਵਰ। ਜਿਹੜਾ 601A ਵੇਵਰ ਆ ਉਹ ਕਰਨਾ ਹੁੰਦਾ ਤੁਸੀਂ, ਉਹ ਹੁੰਦਾ ਐਡਵਾਂਸ ਦੇ ਵਿੱਚ। ਇਹਦਾ ਮਤਲਬ ਐਡਵਾਂਸ। ਸੋ ਇਹਨੂੰ ਕਹਿੰਦੇ ਆ ਪ੍ਰੋਵੀਜ਼ਨਲ ਅਨਲੌਫੁਲ ਪ੍ਰੈਜ਼ੈਂਸ ਵੇਵਰ, ਮਤਲਬ ਕਿ ਤੁਸੀਂ ਤੁਹਾਡੀ ਅਜੇ ਇੰਟਰਵਿਊ ਨਹੀਂ ਹੋਈ, ਤੁਸੀਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਕਰਾ ਲਿਆ। ਸੋ ਜਿਹੜਾ 601 ਵੇਵਰ ਹੈਗਾ ਉਹ ਹੋਰ ਕੰਮਾਂ ਦੇ ਲਈ ਆ, ਉਹ ਇਨਐਡਮਿਸਿਬਿਲਿਟੀ ਲਈ ਆ, ਜਾਂ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਐਡਜਸਟ ਕਰਨਾ। ਤੇ ਜਦੋਂ ਤੁਸੀਂ ਐਮਬੈਸੀ ਦੇ ਮੋਹਰੇ ਜਾਣਾ, ਫਿਰ ਤੁਸੀਂ 601 ਨਹੀਂ 601A ਵੇਵਰ ਜਿਹੜਾ ਹੈਗਾ ਅਨਲੌਫੁਲ ਪ੍ਰੈਜ਼ੈਂਸ ਵੇਵਰ, ਜਿਹੜਾ ਪ੍ਰੋਵੀਜ਼ਨਲ ਅਨਲੌਫੁਲ ਵੇਵਰ, ਕਿ ਪਹਿਲਾਂ ਹੀ ਤੁਹਾਨੂੰ ਉਹ ਮਾਫ ਕਰ ਦਿੰਦੇ ਆ ਵੀਜ਼ੇ ਦੀ ਇੰਟਰਵਿਊ ਜਾਣ ਤੋਂ ਪਹਿਲਾਂ। ਉਹ ਲੈ ਕੇ ਫਿਰ ਤੁਸੀਂ ਜਾਂਦੇ ਆ ਤੇ ਤੁਹਾਡੀ ਜਿਹੜੀ 3 ਸਾਲ 10 ਸਾਲ ਦੀ ਬਾਰ ਇਹਨਾਂ ਚੱਕੀ ਜਾਂਦੀ ਹੈ। ਠੀਕ ਹੈ। ਸੋ ਇਹ ਚੀਜ਼ ਨੂੰ ਜਿਹੜਾ ਆਈ ਹੋਪ ਸਾਰੇ ਜਣੇ ਕਲੀਅਰਲੀ ਇਹਨੂੰ ਜਿਹੜਾ ਉਹ ਸਮਝ ਜਿਹੜਾ ਉਹ ਲੈਂਡ 601A ਵੇਵਰ